उस निज़ाम की निस्बत अज माशाअल्लाह मेरे को रौनक लगी है सर। ਇਹ ਤੁਸੀਂ ਖਾਂਗੜੀ ਮੱਝ ਪਾਉਂਦੇ ਹੋ? हाँ जी, खांगड़ी मंझ पाना, मैं सजरी मझ नहीं पाई सर। खांगड़ी- फसे आवा चोखा साहब जी मजबूरी बन जाए तो कोई लियारी पाली ना, वरना मैं ज़्यादातर खांगड़ी पा। ਖਾਂਗੜੀ ਮੱਝ ਦੀ ਜਰਾ ਸਕੀਮ ਦੱਸਿਓ ਕਿ ਕਿੰਨੇ ਕੁ ਦੀ ਘੱਟ ਤੋਂ ਘੱਟ ਮਿਲ ਜਾਂਦੀ ਹੈ, ਕਿੰਨੇ ਮਹੀਨਿਆਂ ਬਾਅਦ ਬਣ ਜਾਂਦੀ ਹੈ, ਕਿੰਨਾ ਖਰਚਾ ਆ ਜਾਂਦਾ ਹੈ? खांगड़ी मझ साहब जी ज़्यादा तो मैं तो लेंदा जे माड़ा जा डंगर कमज़ोर जड़ा हुंदा, ਅੱਛਾ, 3-4 सिर दुध दिंदा, मेरे को आके 7-8 सिर दे आ जाता। ਉਹ ਕਿਸ ਤਰ੍ਹਾਂ? मेहनत करके साहब जी ओदी सेवा करके। ਯਾਨੀ ਤੁਸੀਂ ਇੱਕ ਮੱਝ ਲਈਏ ਉਹ 3-4 ਕਿਲੋ ਦੁੱਧ ਦਿੰਦੀ हाँ ਹੈ, जी, 3-4 दिन दी ਲੇਕਿਨ ਤੁਹਾਡੇ ਕੋਲ ਆਣੀ ਹੈ? हाँ जी, वो तकरीबन 1 महीने च मैं मेरे को तैयार हो जाती। ਵਾਹ, ਸੇਵੇ ਦੇ ਉੱਤੇ सेवा। ਮੇਵਾ ਹੈ। हाँ जी, ਅੱਛਾ, ਤੁਹਾਡਾ ਡੇਲੀ ਦਾ ਤਕਰੀਬਨ 4 ਮਣ ਦੁੱਧ ਹੋ ਜਾਂਦਾ ਹੈ। हाँ जी, ਕਿੰਨੀ ਇਨਕਮ ਤੁਹਾਨੂੰ ਡੇਲੀ ਦੀ ਮਿਲ ਜਾਂਦੀ ਹੈ? बस यही समझ लो 15 ਤੋਂ 16 ਹਜ਼ਾਰ ਰੁਪਏ। 15-16 ਹਜ਼ਾਰ ਅਗਰ ਇੱਕ ਬੰਦਾ ਕਮਾਉਂਦਾ ਹੈ ਉਹਦੇ ਕੋਲ 40 ਜਾਨਵਰ ਨੇ ਤੇ ਜਾਨਵਰ ਕਿੰਨਾ ਖਾਈ ਜਾਂਦੇ ਨੇ? ਅੱਧ ਜਾਨਵਰ ਖਾਈ ਜਾਂਦੇ ਨੇ, ਅੱਧ ਸਾਨੂੰ ਬਚ ਜਾਂਦਾ ਗਾਂ ਸੀ। 4 ਡੰਗਰਾਂ ਤੋਂ ਮੈਂ ਇਹ ਕੰਮ ਸ਼ੁਰੂ ਕੀਤਾ। ਅੱਜ ਮਤਲਬ ਕਿ ਇਹ 2 ਸਾਲ ਦੀ ਮਿਹਨਤ ਆ ਮੇਰੀ ਤੁਹਾਡੇ ਸਾਹਮਣੇ ਆ, ਵੇਲੀਆਂ ਭਰੀਆਂ ਦੋਵੇਂ। ਠੀਕ ਹੈ, ਯਾਨੀ 2 ਸਾਲਾਂ 'ਚ ਤੁਸੀਂ 2 ਤੋਂ 40 ਕੀਤੇ ਨੇ ਜਾਂ 4 ਤੋਂ 40 ਕੀਤੇ? ਸਾਹਿਬ ਜੀ ਨੁਕਸਾਨ ਹੁੰਦਾ ਤੇ 1% ਵੀ ਨਹੀਂ ਨਾ। ਜਿੰਨੀ ਸੇਵਾ ਕਰਨੀ ਆ, ਸੇਵਾ ਇਹਨਾਂ ਦੀ ਕਰ ਲੈਣੀ ਆ ਤੇ ਮੇਵਾ ਰੱਬ ਦੀ ਜ਼ਾਤ ਦੇ ਦਿੰਦੀ ਆ। ਅਗਰ ਜੇ ਹਾਂ ਇਹਨਾਂ ਦੀ ਸੇਵਾ ਨਹੀਂ ਕਰਨੀ ਤੇ ਫਿਰ ਨੁਕਸਾਨ ਹੀ ਹੈ, ਕਿਉਂਕਿ ਹਰ ਸ਼ਾ ਮੁੱਲ ਲੈ ਕੇ ਵੀ ਉਹਨਾਂ ਨੂੰ ਫਾਇਦਾ। ਅੱਛਾ, ਯਾਨੀ ਕਿ ਇਹ ਜਿਹੜੀ ਗੱਲ ਕਰਦੇ ਨੇ ਜੀ ਮੁੱਲ ਲੈ ਕੇ, ਤੇ ਅਗਰ ਪੱਠਿਆਂ ਨੂੰ ਜਾਂ ਸਾਰਾ ਕੁਝ ਹੀ ਜਾਨਵਰਾਂ ਨੂੰ ਚਲਾਈਏ ਤੇ ਫਿਰ ਬਹੁਤ ਮਹਿੰਗਾ ਪੈਂਦਾ, ਤੇ ਇਹ ਤੁਹਾਡੀ ਨਜ਼ਰ 'ਚ ਗੱਲ ਗਲਤ ਹੈ? ਨਹੀਂ, ਗਲਤ ਹੈ ਸਾਹਿਬ ਜੀ। ਇਹ ਆਪਣਾ ਭਾਰ ਆਪੀ ਚੁੱਕ ਜਾਂਦੇ? ਆਪਣਾ ਭਾਰ ਆਪੀ ਚੁੱਕ ਜਾਂਦੇ ਨੇ। ਠੀਕ ਹੋ ਗਿਆ। ਹਾਂਜੀ। ਅਸਲਾਮ ਅਲੈਕੁਮ ਜੀ, ਵਾਲੇਕੁਮ ਸਲਾਮ। ਭਾਈਜਾਨ, ਕੀ ਹਾਲ ਹੈ ਤੁਹਾਡਾ? ਸ਼ੁਕਰ ਅਲਹਮਦੁਲਿਲਾ ਜੀ। ਸਭ ਤੋਂ ਪਹਿਲੇ ਆਪਣਾ ਨਾਮ ਦੱਸਿਓ। ਮੁਹੰਮਦ ਅਕਰਮ ਚੀਮਾ, ਭੋਮਾ ਬਾਠ, ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਵਜ਼ੀਰਾਬਾਦ। ਠੀਕ ਹੈ। ਅੱਛਾ ਭਾਈ ਅਕਰਮ, ਜ਼ਿਲ੍ਹਾ ਗੁਜਰਾਂਵਾਲਾ 'ਚ ਅਸੀਂ ਖਲੋਤੇ ਹਾਂ ਇਸ ਟਾਈਮ, ਜੀ। ਤੇ ਸਭ ਤੋਂ ਪਹਿਲਾਂ ਦੱਸੋ ਕਿ ਮਾਸ਼ਾਅੱਲਾ ਕਿੰਨੀ ਦੇਰ ਹੋ ਗਈ ਤੁਹਾਨੂੰ ਡੇਰੀ ਫਾਰਮਿੰਗ ਕਰਦੇ ਆ? डेयरी फार्मिंग करते हैं साहब जी, शुरू प्यो दादियों तो यही करते होने पे, असी भी यही पे करने। ਠੀਕ ਹੈ, मैनू भी इस काम में वड़े हैं को 25 ਤੋਂ 30 साल हो गया। ਸਹੀ ਹੋ ਗਿਆ। ਤੁਹਾਡੇ ਫਾਰਮ ਤੇ ਇਸ ਟਾਈਮ ਛੋਟੇ ਵੱਡੇ ਜਾਂ ਗਾਵਾਂ ਮੱਝਾਂ ਟੋਟਲ ਕਿੰਨੇ ਜਾਨਵਰ ਨੇ? तकरीबन हाँ नहीं कोई 40-50 साल। 40-50 ਜਾਨਵਰ ਨੇ। ਮਾਸ਼ਾਅੱਲਾ 40-50 ਜਾਨਵਰਾਂ ਦਾ ਤੁਹਾਡਾ ਇਸ ਟਾਈਮ ਕਿੰਨਾ ਦੁੱਧ ਹੋ ਰਿਹਾ? ਦੁੱਧ ਮਾਸ਼ਾਅੱਲਾ ਅਸੀਂ ਦੇ ਰਹਾ ਜੇ 3.5-3.5 ਮਣ। 3.5 ਮਣ। ਤੇ ਇੱਥੇ ਦੁੱਧ ਦਾ ਕੀ ਰੇਟ ਹੈ? 112 ਰੁਪਏ 112 ਰੁਪਏ। ਜੀ। ਅੱਛਾ, ਤੁਹਾਡਾ ਡੇਲੀ ਦਾ ਤਕਰੀਬਨ 4 ਮਣ ਦੁੱਧ ਹੋ ਜਾਂਦਾ ਹੈ। हाँ जी, ਕਿੰਨੀ ਇਨਕਮ ਤੁਹਾਨੂੰ ਡੇਲੀ ਦੀ ਮਿਲ ਜਾਂਦੀ ਹੈ? बस यही समझ लो 15 ਤੋਂ 16 ਹਜ਼ਾਰ ਰੁਪਏ। 15-16 ਹਜ਼ਾਰ ਅਗਰ ਇੱਕ ਬੰਦਾ ਕਮਾਉਂਦਾ ਹੈ ਉਹਦੇ ਕੋਲ 40 ਜਾਨਵਰ ਨੇ ਤੇ ਜਾਨਵਰ ਕਿੰਨਾ ਖਾਈ ਜਾਂਦੇ ਨੇ? ਅੱਧ ਜਾਨਵਰ ਖਾਈ ਜਾਂਦੇ ਨੇ, ਅੱਧ ਸਾਨੂੰ ਬਚ ਜਾਂਦਾ। ਜ਼ਬਰਦਸਤ। ਇਹ ਦੱਸੋ ਕਿ ਤੁਸੀਂ ਗਾਵਾਂ ਵੀ ਰੱਖੀਆਂ ਨੇ, ਮੱਝਾਂ ਵੀ ਰੱਖੀਆਂ ਨੇ, ਕਿਹੜੇ ਕੰਮ ਨੂੰ ਬਿਹਤਰ ਸਮਝਦੇ ਹੋ, ਗਾਵਾਂ ਜਾਂ ਮੱਝਾਂ? ਬਾਹਰ ਜੇ ਕੰਮ ਨੂੰ ਲਈਏ ਸਾਹਿਬ ਜੀ, ਐਵਰੇਜ ਦਾ ਹਿਸਾਬ ਲਾਈਏ ਤੇ ਗਾਵਾਂ ਵੱਧ ਨੇ। ਗਾਵਾਂ ਦਾ ਲੇਕਿਨ ਇਹ ਹੈ ਕਿ ਦੁੱਧ ਨਹੀਂ ਜ਼ਰਾ ਕੋਈ ਵਿਕਦਾ। ਮੱਝਾਂ ਦੁੱਧ ਜਿਹੜਾ ਉਹ ਵਿਕਦਾ। ਤੇ ਤੁਸੀਂ ਮਿਕਸ ਕਰਕੇ ਵੇਚਦੇ ਹੋ ਜਾਂ ਅਲੱਗ-ਅਲੱਗ? ਨਹੀਂ ਨਹੀਂ, ਅਲੱਗਾ ਹੀ ਦੇਈਦਾ। ਉਹ ਸਾਡੇ ਕੋਲ ਅਲੱਗਾ ਹੀ ਲੈ ਜਾਂਦੇ ਨੇ, ਅੱਗੋਂ ਮਿਕਸ ਕਰਦੇ ਨੇ, ਉਹ ਉਹਨਾਂ ਦੀ ਬਹੁਤ ਦਿੱਤਾ। ਦੁੱਧ ਦੀ ਖਪਤ ਬਹੁਤ ਜ਼ਿਆਦਾ ਵੇ, ਦੁੱਧ ਤੇ ਵਿਕ ਜਾਂਦਾ ਹੈ। ਹਾਂਜੀ ਤੇ ਗਾਵਾਂ ਦਾ ਤੁਸੀਂ ਕਹਿੰਦੇ ਹੋ ਘੱਟ ਵਿਕਦਾ, ਲੇਕਿਨ ਵਿਕ ਤੇ ਜਾਂਦਾ ਨਾ, ਹਾਂਜੀ, ਵਿਕ ਜਾਂਦਾ। ਰਹਿੰਦਾ ਤਾਂ ਨਹੀਂ ਦੁੱਧ? ਨਹੀਂ, ਇੱਕ ਸ਼ੇਰ ਵੀ ਨਹੀਂ ਰਹਿੰਦਾ। ਅਗਰ ਸਿਰਫ ਗਾਵਾਂ ਹੀ ਰੱਖੀਆਂ ਹੋਣ ਹਾਂਜੀ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਅਗਰ ਗਾਵਾਂ ਹੀ ਰੱਖੀਆਂ ਹੋਣ ਉਹਦਾ ਦੁੱਧ ਫਿਰ ਵੀ ਵਿਕ ਜਾਏਗਾ, ਭਾਵੇਂ ਉਹਦਾ ਰੇਟ ਘੱਟ ਹੈ, ਲੇਕਿਨ ਮੁਨਾਫਾ ਕਿਹਦੇ 'ਚ ਜ਼ਿਆਦਾ, ਮੱਝਾਂ 'ਚ ਜਾਂ ਗਾਵਾਂ 'ਚ? ਮੁਨਾਫਾ ਤੇ ਸਹੀ ਤੇ ਪੁੱਛੋ ਤੇ ਗਾਵਾਂ 'ਚ ਹੀ ਆ ਸਰ। ਠੀਕ ਹੈ, ਹਾਂਜੀ, ਗਾਵਾਂ ਵਿੱਚ ਹੀ ਹੈ। ਗਾਵਾਂ 'ਚ। ਲੇਕਿਨ ਤੁਸੀਂ ਮੱਝਾਂ ਨਾਲ ਐਸੋਸ ਰੱਖੀਆਂ ਨੇ ਤਾਂ ਕਿ ਦੁੱਧ ਤੁਹਾਡਾ ਜਿਹੜਾ ਉਹ ਸੇਲ ਨਹੀਂ ਹੁੰਦਾ ਨਿਰਾ ਗਾਵਾਂ ਦਾ? ਗਾਵਾਂ ਦਾ ਸੇਲ ਨਹੀਂ ਹੁੰਦਾ, ਸਾਡੇ ਕੋਲ ਨਹੀਂ ਹੁੰਦਾ। ਅੱਛਾ, ਜਦੀਦ ਦੌਰ ਹੈ ਅੱਜ ਕੱਲ੍ਹ, ਤੇ ਲੋਕ ਚਾਹੁੰਦੇ ਨੇ ਕਿ ਸਾਨੂੰ ਪੈਕਿੰਗ ਦੇ ਵਿੱਚ ਪੈਕ ਕਰਕੇ ਦੁੱਧ ਦਿੱਤਾ ਜਾਏ। ਕੋਈ ਉਸ ਤਰ੍ਹਾਂ ਦੀ ਤੁਸੀਂ ਫਿਊਚਰ ਵਿੱਚ ਸਕੀਮ ਲਾਉਂਦੇ ਹੋ? ਜਿਸ ਤਰ੍ਹਾਂ ਅਸੀਂ ਬਹੁਤ ਸਾਰੇ ਫਾਰਮ ਤੇ ਗਏ, ਉਹਨਾਂ ਕਿਹਾ ਜੀ ਅਸੀਂ ਪੈਕਿੰਗ ਲਾਈਏ ਔਰ ਸਪੈਸ਼ਲ ਸਾਡੇ ਗਾਹਕ ਲੱਗੇ ਹੁੰਦੇ ਨੇ, ਅਸੀਂ ਉਹਨਾਂ ਨੂੰ ਉਹੀ ਜਿਹੜਾ ਨਾ ਦੁੱਧ ਦਿੰਦੇ ਆ। ਕੋਈ ਇਸ ਤਰ੍ਹਾਂ ਦਾ ਆਉਣ ਵਾਲੇ ਵਕਤ ਵਿੱਚ ਸਮਝਦੇ ਹੋ ਕਿ ਹੋਏਗਾ ਕੰਮ? ਉਹ ਸਾਹਿਬ ਜੀ ਇੱਕ ਬੈਕ ਲੈਵਲ ਤੇ ਹੀ ਆ ਜਾਂਦੇ ਆ, ਪਿੱਛੇ ਇਸ ਤਰ੍ਹਾਂ ਇੱਧਰ ਤੇ ਹਾਲੀਏ ਕੋਈ ਸ਼ੈਡਿਊਲ ਨਹੀਂ ਕਿਸੇ ਦਾ ਵੀ ਬਣਿਆ। ਇਸੇ ਤਰ੍ਹਾਂ ਹੀ ਦੁੱਧ ਦੀ ਗਵਾਲੇ ਹੁੰਦੇ ਸਾਡੇ ਕੋਲ ਲੈ ਜਾਂਦੇ। ਅਗਰ ਦੁੱਧ ਤੁਸੀਂ ਆਪ ਹੀ ਸ਼ਹਿਰ ਜਾ ਕੇ ਵੇਚੋ ਫਿਰ ਕੀ ਰੇਟ ਮਿਲੇਗਾ? ਜ਼ਾਹਰ ਆ ਫਿਰ ਤੇ ਸਾਹਿਬ ਜੀ ਜ਼ਿਆਦਾ ਹੀ ਮਿਲੇਗਾ, ਤਕਰੀਬਨ 20 ਹੋ ਜਾਏਗਾ। ਅੱਛਾ, ਹਾਂਜੀ, ਲੇਕਿਨ ਇਹ ਵੇ ਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ, ਅਸੀਂ ਸ਼ਹਿਰ ਜਾ ਨਹੀਂ ਸਕਦੇ। ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਇਸ ਟਾਈਮ ਦੁੱਧ ਦਾ ਕੀ ਰੇਟ ਹੈ ਸ਼ਹਿਰ ਵਿੱਚ? 135 ਰੁਪਏ ਦੱਸਦੇ ਪਏ। 135 ਜਿਹੜਾ ਖਾਲਸ ਦਿੰਦੇ ਨੇ। ਹਾਂਜੀ,
ਠੀਕ ਹੋ ਗਿਆ। ਯਾਨੀ ਕਿ ਤੁਹਾਡਾ ਗਵਾਲਾ ਜਿਹੜਾ ਵੇ ਉਹ ਤੁਹਾਡੇ ਕੋਲ ਦੁੱਧ ਲੈ ਜਾ ਕੇ ਤੇ ਤਕਰੀਬਨ 25 ਤੋਂ 30 ਰੁਪਏ ਕਮਾਉਂਦਾ ਪਿਆ। ਹਾਂਜੀ ਠੀਕ ਹੋ ਗਿਆ, ਹਾਂਜੀ ਸਹੀ ਹੋ ਗਿਆ। ਅਗਰ ਫਿਰ ਜ਼ਿਆਦਾ ਅਗਰ ਵੱਡੀ ਡੇਰੀ ਹੈ ਤੇ ਫਿਰ ਆਪਣਾ ਬੰਦਾ ਹੀ ਵਾਰਾ ਖਾਏਗਾ, ਹਾਂਜੀ ਕਿਉਂਕਿ ਅਸਲ ਮੁਨਾਫਾ ਤੇ ਉਹੀ ਹੋ ਗਿਆ ਨਾ। ਬਿਲਕੁਲ ਹਾਂਜੀ। ਵੇਖੋ ਨਾ 1 ਕਿਲੋ ਪਿੱਛੇ 25-30 ਰੁਪਏ ਕਮਾਉਂਦੇ ਨੇ ਪਿਆ, ਹਾਂਜੀ ਤੇ ਉਹ ਆਪਣਾ ਸੈਟਅਪ ਉਂਝ ਦਾ ਬਣ ਜੇ ਤੇ ਉਹ ਤੇ ਜ਼ਿਆਦਾ ਹੀ ਮੁਨਾਫਾ ਨਾ। ਅਗਰ ਉਹ ਦਿਹਾੜੀ ਦਾ 100 ਰੁਪਏ ਦਾ 100 ਕਿਲੋ ਦੁੱਧ ਵੇਚਦਾ ਹੈ, ਹਾਂਜੀ ਫਿਰ ਵੀ ਉਹਦੀ ਜਿਹੜੀ 3000 ਦੀ ਦਿਹਾੜੀ ਲੱਗ ਜਾਂਦੀ। ਜੀ ਬਿਲਕੁਲ ਠੀਕ ਹੋ ਗਿਆ। ਅੱਛਾ ਭਾਈ, ਅਗਰ ਮੈਂ ਦੱਸੋ ਕਿ ਮੱਝਾਂ ਨੂੰ ਤੁਸੀਂ ਸੈਪਰੇਟ ਕੀਤਾ ਹੈ, ਉਧਰ ਰੱਖਿਆ ਖੁੱਲਾ, ਔਰ ਗਾਵਾਂ ਨੂੰ ਤੁਸੀਂ ਬੰਨ੍ਹ ਕੇ ਰੱਖਿਆ ਜੀ। ਗਾਵਾਂ ਵਾਸਤੇ ਵੀ ਆਈਂਦਾ ਵਾੜਾ ਬਣਾ ਲੈਂਦੇ? ਕੋਸ਼ਿਸ਼ ਇਹ ਹੀ ਹੈ ਸਾਹਿਬ ਜੀ, ਆਉਂਦੇ ਸਾਲ ਨੂੰ ਇਨਸ਼ਾਅੱਲਾ ਗਾਵਾਂ ਦਾ ਲਾਦਾ ਹੋਵੇਗਾ, ਹੂੰ, ਮੱਝਾਂ ਦਾ ਲਾਦਾ ਹੋਵੇਗਾ, ਪਛੜੇ ਮਾਲ ਦਾ ਲਾਦਾ ਹੋਵੇਗਾ, ਲਿਆਰੀ ਦਾ ਲਾਦਾ ਹੋਵੇਗਾ। ਜਿਹੜੇ ਇਹਨਾਂ ਦੇ ਜਾ ਹੁੰਦੇ ਨੇ ਜੀ। ਉਹਨਾਂ ਤੇ ਕਿੰਨੀ ਕੁ ਮਿਹਨਤ ਕਰਦੇ ਤੁਸੀਂ? ਬਚਾਉਂਦੇ ਹੋ ਜਾਂ ਵੇਚ ਛੱਡਦੇ ਹੋ? ਜਾਂ ਅਸਲ ਵਿੱਚ ਤੇ ਸਾਡੇ ਬਚਦੇ ਹੀ ਕੋਈ ਨਹੀਂ। ਉਹਦੀ ਵਜ੍ਹਾ ਇਹ ਵੇ ਕਿ ਦੁੱਧ ਹੀ ਨਾਰਮਲ ਛੱਡੀਦਾ, ਹੂੰ, ਛੱਡਣ ਦੇ ਬਾਵਜੂਦ ਵੀ ਸਾਡੇ ਕੋਲ ਜਾ ਸਾਂਭੇ ਹੀ ਨਹੀਂ ਜਾਂਦੇ। ਇਹ ਹੁਣ ਆ ਕੇ 30 ਲਿਆਰੀਆਂ ਚੋਂ ਇਹ 5-10 ਜਾ ਜਿਹੜੇ ਨੇ ਸਾਡੇ ਬੱਚੇ ਜੀ। ਠੀਕ ਹੈ। ਹਾਂਜੀ। ਤੇ ਕੀ ਵਜ੍ਹਾ ਜਾ ਕਿਉਂ ਮਰ ਜਾਂਦੇ ਨੇ? ਕੋਈ ਪਾਣੀ ਦਾ ਮਸਲਾ ਹੈ ਜਾਂ ਕੀੜੇ? ਸੋਵਾ ਆਉਂਦਾ ਸਰਦੀ ਦਾ, ਉਹ ਮੰਗਦਾ ਤਾਂ ਸਰਦੀ ਬੜੀ ਹੁੰਦੀ ਆ, ਉਸ ਹਿਸਾਬ ਦੇ ਜਾਵਾਂ ਦੀ ਦੇਖਭਾਲ ਨਹੀਂ ਕੀਤੀ ਜਾਂਦੀ। ਕੋਈ ਜਗ੍ਹਾ ਸਾਡੇ ਕੋਲ ਥੋੜੀ ਹੈ, ਹੂੰ, ਉਹ ਇਸ ਵਜ੍ਹਾ ਕਰਕੇ। ਠੀਕ ਹੈ। ਲੇਕਿਨ ਅਸੀਂ ਅਕਸਰ ਵੇਖਿਆ ਜਿਹੜੇ ਲੋਕ ਦੁੱਧ ਦਾ ਕਾਰੋਬਾਰ ਕਰਦੇ ਨੇ ਉਹ ਕਹਿੰਦੇ ਨੇ ਕਿ ਜਾ ਜਿੰਨੀ ਜਲਦੀ ਜਾਨ ਛੁੱਟ ਜੇ ਉਹਨਾਂ ਬਿਹਤਰ ਹੈ। ਤੇ ਤੁਹਾਡਾ ਕੀ ਆਈਡੀਆ ਹੁੰਦਾ ਕਿ ਇਹਨਾਂ ਨੂੰ ਪਾਲਣਾ ਚਾਹੀਦਾ? ਕੋਸ਼ਿਸ਼ ਤੇ ਇਹ ਹੁੰਦੀ ਹੈ ਕਿ ਬੱਚੇ ਨੂੰ ਮੁਰਾਮ ਤੇ ਚਾੜੀਏ। ਤਕਰੀਬਨ ਅਸੀਂ 2 ਮਹੀਨੇ ਦੁੱਧ ਵੀ ਅੱਧਾ ਛੱਡਦੇ ਹਾਂ। ਅੱਛਾ। ਪਤਾ ਨਹੀਂ ਅੱਲਾ ਨੂੰ ਕੀ ਮਨਜ਼ੂਰ ਆ ਕਿ ਨਹੀਂ, ਫਿਰ ਉਹ ਹਿਸਾਬ ਲੱਗਦਾ ਬੱਚਾ ਸਾਡੇ ਤੋਂ ਸਾਂਭਿਆ ਨਹੀਂ ਜਾਂਦਾ। ਠੀਕ ਹੋ ਗਿਆ। ਅਗਰ ਜਿਹੜੇ ਕੋਈ ਬੱਚੇ ਤੁਹਾਡੇ ਬਚ ਜਾਂਦੇ ਨੇ, ਜੀ, ਕੱਟੇ ਕਿੱਡੇ ਕਰਕੇ ਵੇਚਦੇ ਹੋ ਔਰ ਕਟੀਆਂ ਦਾ ਕੀ ਕਰਦੇ ਹੋ? ਤਕਰੀਬਨ ਅਸੀਂ 1 ਸਾਲ ਦੇ ਵੇਚ ਦਿੰਦੇ ਹਾਂ। ਸਹੀ ਹੈ। ਔਰ ਕਟੀਆਂ ਘਰ ਦੀਆਂ? ਹਾਂਜੀ, ਝੋਟੀਆਂ ਹੀ ਰੱਖ ਲੈਂਦੇ ਹਾਂ। ਸਹੀ ਹੋ ਗਿਆ। ਤਕਰੀਬਨ ਸਾਡੇ ਕੋਲ ਇਸ ਟਾਈਮ ਤੀਜਾ ਹਿੱਸਾ ਘਰ ਦੇ ਨੇ ਵਿੱਚ 5-10 ਮੱਝੀ ਵੱਡੀਆਂ ਜਿਹੜੀਆਂ ਉਹ ਹੀ ਮੁੱਲ ਲਈਆਂ। ਤੇ ਜਿਹੜੀ ਤੁਹਾਡੀਆਂ ਮੱਝਾਂ ਨੇ ਇਸ ਟਾਈਮ ਜਿੰਨੀਆਂ ਵੀ ਨੇ, ਇਹ ਸਾਰੀਆਂ ਮੁੱਲ ਦੀਆਂ ਨੇ ਜਾਂ ਫਿਰ ਇਹਨਾਂ ਨੂੰ ਤੁਸੀਂ ਆਪਣੇ ਘਰ ਦੀਆਂ ਬਣਾਈਆਂ ਨੇ? ਨਹੀਂ, ਹੁਣ ਤੇ ਤਕਰੀਬਨ ਘਰ ਦੀਆਂ ਜੇ। ਪਹਿਲਾਂ ਸਟਾਰਟਿੰਗ ਤੋਂ ਮੇਰੀਆਂ ਸਾਰੀਆਂ ਮੁੱਲ ਦੀਆਂ ਹਨ। ਹਾਂਜੀ, ਹੁਣ ਤੇ ਇਹਨਾਂ ਦੇ ਵਿੱਚ 8-10 ਹੋਣਗੀਆਂ ਜਿਹੜੀਆਂ ਮੁੱਲ ਦੀਆਂ ਨੇ, ਬਾਕੀ ਸਭ ਘਰ ਦੀਆਂ ਨੇ। ਜਦੋਂ ਤੁਸੀਂ ਸ਼ੁਰੂ ਤੋਂ ਇਹ ਕੰਮ ਨੂੰ ਸਟਾਰਟ ਕੀਤਾ ਕਰਨਾ ਪ੍ਰੋਪਰ ਤਰੀਕੇ ਨਾਲ, ਜੀ, ਉਦੋਂ ਤੁਹਾਡੇ ਕੋਲ ਕਿੰਨੇ ਜਾਨਵਰ ਸਨ? ਹੁਣ ਕਿੰਨੇ ਨੇ? ਉਦੋਂ ਮੇਰੇ ਕੋਲ ਜੀ 3 ਮੱਝਾਂ 1 ਗਾਂ ਸੀ। 4 ਡੰਗਰਾਂ ਤੋਂ ਮੈਂ ਇਹ ਕੰਮ ਸ਼ੁਰੂ ਕੀਤਾ। ਹੂੰ, ਅੱਜ ਮਤਲਬ ਕਿ ਇਹ 2 ਸਾਲ ਦੀ ਮਿਹਨਤ ਆ ਮੇਰੀ, ਤੁਹਾਡੇ ਸਾਹਮਣੇ ਆ, ਵੇਲੀਆਂ ਭਰੀਆਂ 2 ਹੀ। ਠੀਕ ਹੈ। ਯਾਨੀ 2 ਸਾਲਾਂ 'ਚ ਤੁਸੀਂ 2 ਤੋਂ 40 ਕੀਤੇ ਨੇ ਜਾਂ 4 ਤੋਂ 40 ਕੀਤੇ? ਬਿਲਕੁਲ। ਜ਼ਿੰਦਾਬਾਦ। ਅੱਲਾਹ ਤਾਲਾ ਜ਼ਾਤ ਮਜ਼ੀਦ ਬਰਕਤ ਪਾਏ ਔਰ ਨਜ਼ਰ-ਏ-ਬਦ ਤੋਂ ਬਚਾਏ। ਅੱਛਾ, ਜਿਹੜੇ ਲੋਕ ਕਾਰੋਬਾਰ ਕਰਨਾ ਚਾਹੁੰਦੇ ਨੇ ਔਰ ਉਹ ਡਰਦੇ ਨੇ ਕਿ ਅਸੀਂ ਕਰੀਏ ਜਾਂ ਨਾ ਕਰੀਏ, ਪਤਾ ਨਹੀਂ ਨੁਕਸਾਨ ਸਾਡਾ ਹੋਈਏਗਾ, ਮੈਨੂੰ ਇਹ ਦੱਸੋ ਕਿ ਇਸ ਕਾਰੋਬਾਰ ਦੇ ਵਿੱਚ ਨੁਕਸਾਨ ਹੋਣ ਦੇ ਕਿੰਨੇ ਕੁ ਚਾਂਸਸ ਨੇ? ਇਹਦੇ ਵਿੱਚ ਸਾਹਿਬ ਜੀ ਨੁਕਸਾਨ ਹੋਣ ਦਾ ਤੇ 1% ਵੀ ਨਹੀਂ ਨਾ। ਜਿੰਨੀ ਸੇਵਾ ਕਰਨੀ ਆ, ਸੇਵਾ ਇਹਨਾਂ ਦੀ ਕਰ ਲਾਣੀ ਆ ਤੇ ਮੇਵਾ ਰੱਬ ਦੀ ਜ਼ਾਤ ਦੇ ਦਿੰਦੀ ਆ। ਅਗਰ ਜੇ ਇਹਨਾਂ ਦੀ ਸੇਵਾ ਨਹੀਂ ਕਰਨੀ ਤੇ ਫਿਰ ਨੁਕਸਾਨ ਹੀ ਹੈ। ਹਾਂਜੀ। ਚੰਗੀ ਸੇਵਾ ਤੁਸੀਂ ਕਿਹਨੂੰ ਕਹਿੰਦੇ ਹੋ? ਇੱਕ ਬੰਦੇ ਨੂੰ ਸਮਝਾਉਣਾ ਹੋਏ ਕਿ ਅਗਰ ਤੂੰ ਚੰਗੀ ਸੇਵਾ ਕਰਨੀ ਹੈ ਤੇ ਇਹ ਕੰਮ ਕਰ। ਚੰਗੀ ਸੇਵਾ ਤੋਂ ਮੁਰਾਦ ਇਹ ਹੀ ਹੈ ਸਾਹਿਬ ਜੀ ਕਿ ਇਹਨਾਂ ਦਾ ਪੱਠੇ ਦੱਥੇ ਦਾ ਹੀ ਖਿਆਲ ਹੈ ਕਿ ਬੰਦਾ ਉਹ ਟਾਈਮ ਨਾਲ ਇਹਨਾਂ ਨੂੰ ਮਤਲਬ ਕਿ ਪਾਏ। ਬਾਕੀ ਖਲਵੰਡਾ ਜੋ ਹੈ ਉਹ ਅੱਗੇ ਹੀ ਅਸੀਂ ਮਤਲਬ ਕਿ ਜੋ ਮਤਲਬ ਕਿ ਪਾਣਾ ਉਹ ਲੈਣਾ। ਹਾਂਜੀ, ਪੱਠਿਆਂ ਦੀ ਤਰਤੀਬ ਜਿਹੜੀ ਆ ਉਹ ਠੀਕ ਹੋਵੇ ਤਾਂ ਬਾਕੀ ਸਭ ਕੁਝ ਹੀ ਠੀਕ ਹੈ। ਪੱਠੇ ਜਿਹੜੇ ਨੇ ਤੁਸੀਂ ਦੱਸਿਆ ਕਿ ਇਹਨਾਂ ਨੂੰ ਟਾਈਮ ਨਾਲ ਪਾਓ ਜੀ। ਇੱਕ ਜਾਨਵਰ ਨੂੰ ਕਿੰਨੇ ਕੁ ਪੱਠੇ ਤੁਸੀਂ ਪਾਉਂਦੇ ਹੋ ਔਰ ਕਿਹੜਾ ਪੱਠਾ ਪਾ ਰਹੇ ਹੋ? ਇਹਦਾ ਸਮਝ ਲਓ ਸਾਹਿਬ ਜੀ, ਤੋਲ ਕੇ ਤੇ ਸਾਡੇ ਕੋਲ ਕੋਨੇ ਤਕਰੀਬਨ ਅੰਦਾਜ਼ਨ ਕਿ ਅਸੀਂ ਸਮਝੋ 1 ਏਕੜ ਆ, ਉਹਦੇ ਵਿੱਚੋਂ 15 ਤੋਂ 16 ਦਿਨ ਕੱਢਨੇ ਆ ਅਸੀਂ ਇੱਕ ਪੈਲੀ। ਠੀਕ ਹੈ ਜੀ। ਔਰ ਇਹਨਾਂ ਵਾਸਤੇ ਕਿੰਨੀ ਪੈਲੀ ਰੱਖੀ ਹੈ ਤੁਸੀਂ? ਅਸੀਂ ਇਹਨਾਂ ਵਾਸਤੇ 7 ਪੈਲੀਆਂ ਮੇਰੀ ਆਪਣੀ ਆ। 7 ਕਿੱਲੇ? 7 ਕਿੱਲੇ। ਉਸ ਤੋਂ ਇਲਾਵਾ ਫਿਰ ਲਾਮੋ ਮੈਨੂੰ ਜਿੰਨੇ ਪੱਠੇ ਲੱਭਣ ਮੈਂ ਲੈ ਲੈਣਾ। ਅੱਛਾ, ਤੁਸੀਂ ਬਾਕੀ ਸਵਾਲ ਬਾਅਦ ਚੋਂ ਕਲੀਅਰ ਕਰਨੇ ਆ। ਪਹਿਲੇ ਇਹ ਦੱਸੋ ਕਿ ਜਿਹੜੇ ਲੋਕ ਕਾਰੋਬਾਰ ਕਰਨਾ ਚਾਹੁੰਦੇ ਨੇ ਜੀ ਔਰ ਉਹ ਸ਼ਹਿਰ ਵਿੱਚ ਰਹਿੰਦੇ ਨੇ ਵੀ ਉਹਨਾਂ ਦੀ ਪੈਲੀ ਨਹੀਂ ਜੀ, ਉਹਨਾਂ ਵਾਸਤੇ ਵੀ ਮੁਨਾਫਾ ਬਖਸ਼ੇ? ਜੀ ਬਿਲਕੁਲ, ਕਿਉਂ ਨਹੀਂ। ਸ਼ਹਿਰ ਵਾਲੇ ਸਾਡੇ ਨਾਲੋਂ ਸਹੀ ਨੇ ਸਾਹਿਬ ਜੀ। ਉਹਨਾਂ ਦਾ ਰੇਟ ਡਬਲ ਹੈ। ਜੀ ਬਿਲਕੁਲ। ਔਰ ਆਪ ਹੀ ਵੇਚਣਾ? ਹਾਂਜੀ, ਉਹਨਾਂ ਵੇਚਣਾ ਆਪ ਹੀ ਹੈ। ਉਹ ਮਤਲਬ ਕਿ ਹਰ ਸ਼ਾ ਮੁੱਲ ਲੈ ਕੇ ਵੀ ਉਹਨਾਂ ਨੂੰ ਫਾਇਦਾ। ਯਾਨੀ ਕਿ ਇਹ ਜਿਹੜੀ ਗੱਲ ਕਰਦੇ ਨੇ ਜੀ ਮੁੱਲ ਲੈ ਕੇ, ਤੇ ਅਗਰ ਪੱਠਿਆਂ ਨੂੰ ਜਾਂ ਸਾਰਾ ਕੁਝ ਹੀ ਜਾਨਵਰਾਂ ਨੂੰ ਚਲਾਈਏ ਤੇ ਫਿਰ ਬਹੁਤ ਮਹਿੰਗਾ ਪੈਂਦਾ, ਤੇ ਇਹ ਤੁਹਾਡੀ ਨਜ਼ਰ 'ਚ ਗੱਲ ਗਲਤ ਹੈ? ਨਹੀਂ, ਗਲਤ ਹੈ ਸਾਹਿਬ ਜੀ। ਇਹ ਆਪਣਾ ਭਾਰ ਆਪ ਹੀ ਚੁੱਕ ਜਾਂਦੇ? ਆਪਣਾ ਭਾਰ ਆਪ ਹੀ ਚੁੱਕ ਜਾਂਦੇ ਨੇ। ਠੀਕ ਹੋ ਗਿਆ। ਹਾਂਜੀ। ਅੱਛਾ, ਤੁਸੀਂ ਕਿਹਾ ਕਿ ਇਹਨਾਂ ਨੂੰ ਪੱਠੇ ਅਸੀਂ ਜਿਹੜਾ ਨਾ
ਮੁੱਲ ਦੇ ਵੀ ਪਾਉਂਦੇ ਆ ਔਰ ਆਪਣੇ ਵੀ ਰੱਖੇ ਨੇ। ਹਾਂਜੀ ਆਪਣੇ ਸਾਈਲੇਜ ਦੇ ਵਗੈਰਾ 'ਚ ਤੁਹਾਡਾ ਕੀ ਖਿਆਲ ਉਹਦੇ ਬਾਰੇ 'ਚ? ਸਾਈਲੇਜ ਵੀ ਇਹੀ ਪਾਉਂਦੇ ਜੀ। ਅੱਛਾ। ਹਾਂਜੀ ਸਾਈਲੇਜ ਵੀ ਇਹੀ ਤਕਰੀਬਨ 6 ਮਹੀਨੇ ਪੂਰਾ ਸਾਈਲੇਜ ਚਲਾਉਂਦੇ ਆ। ਠੀਕ ਹੈ। ਹਾਂਜੀ ਤੇ ਸਾਈਲੇਜ ਦਾ ਕੀ ਰਿਜ਼ਲਟ ਹੈ? ਸਾਈਲੇਜ ਦਾ ਰਿਜ਼ਲਟ ਤੇ ਇਹੀ ਸਾਹਿਬ ਜੀ ਹੁਣ ਕੱਢਿਆ ਜੇ ਆ ਕੇ ਤਕਰੀਬਨ ਅਸੀਂ ਪਿਛਲੇ 3 ਮਾਹ ਪਾਇਆ ਜੀ ਮੁੱਲ ਲੈ ਕੇ। ਅੱਛਾ। ਤਕਰੀਬਨ 400 ਤੋਂ ਮਣ। 400 ਤੋਂ ਮਣ ਜੀ ਤਕਰੀਬਨ ਸਾਡਾ 100 125 ਮਣ 150 ਮਣ ਮਹੀਨੇ ਦਾ ਲੱਗਦਾ ਸੀ। ਉਹ ਵੀ ਆਰਜ਼ ਹੀ ਜਿਹੜਾ ਮਤਲਬ ਕਿ ਨਾਲ ਪੱਠੇ ਪੁੱਠੇ ਪਾਈਦੇ ਹਨ। ਅੱਛਾ। ਵੰਡਾ ਪਾਈਦਾ ਸੀ। ਠੀਕ ਹੈ। ਉਹ ਮਹਿੰਗਾ ਨਹੀਂ ਪਈ ਜਾਂਦਾ? ਮਹਿੰਗਾ ਸਾਨੂੰ ਨਹੀਂ ਇਸ ਤੋਂ ਪਿਆ ਸਾਹਿਬ ਜੀ। ਗੱਲ ਵੇ ਕਿ ਉਹਦੇ 'ਚ ਇੱਕ ਤੇ ਆ ਕੇ ਵੰਡੇ ਦਾ ਖਰਚਾ ਬਹੁਤ ਕੰਮ ਹੋ ਜਾਂਦਾ। ਠੀਕ ਹੈ। ਦੂਜਾ ਵੇ ਜਾਨਵਰ ਸਿਹਤਮੰਦ ਹੋ ਜਾਂਦਾ। ਤੇ ਕਿਸੇ ਕਿਸਮ ਦਾ ਕੋਈ ਵੀ ਛੋਟਾ ਮੋਟਾ ਕੋਈ ਨੁਕਸਾਨ ਸਾਈਲੇਜ ਦਾ? ਉਹਦੇ ਵਿੱਚ ਅਸਾਂ ਦਾ ਕੋਈ ਨੁਕਸਾਨ ਨਹੀਂ ਵੇਖਿਆ ਸਾਹਿਬ। ਜਾਨਵਰ ਦੁੱਧੋਂ ਵੀ ਵੱਧਦੇ ਨੇ? ਹਾਂਜੀ। ਔਰ ਵੰਡੇ ਦੀ ਖਪਤ ਵੀ ਵੱਧ ਜਾਂਦੀ ਹੈ? ਵੰਡੇ ਦੀ ਖਪਤ ਵੀ ਬਚਦੀ ਹੈ, ਸੁੱਕਾ ਵੀ ਉਹਨਾਂ ਕੰਮ ਹੁੰਦਾ ਹੈ। ਇਹ ਵੇਖ ਕੇ ਮਿਹਨਤ ਵੀ ਘੱਟ ਹੁੰਦੀ ਹੈ। ਹਾਂਜੀ। ਤੁਸੀਂ ਆਪਣੇ ਫਾਰਮ ਤੇ ਕਿੰਨੀ ਦੇਰ ਤੋਂ ਸਾਈਲੇਜ ਇਸਤੇਮਾਲ ਕਰਦੇ ਹੋ? ਤਕਰੀਬਨ ਮੈਂ ਤੁਹਾਨੂੰ ਦੱਸਣਾ ਪਿਆ ਕਿ ਹਾਂ ਪਿਛਲੇ 3 ਮਾਹ ਪਾਇਆ। ਇਹ ਹੁਣ 2 ਮਹੀਨੇ ਹੋ ਗਏ ਨੇ ਸਾਨੂੰ ਨਹੀਂ ਪਾਉਂਦੇ ਪਿਆ ਸਟਾਲੇ ਦੇ ਸਿਆਲੇ 'ਚ। ਠੀਕ ਹੈ। ਹਾਂਜੀ। ਤੇ ਆਲੇ ਦੁਆਲੇ ਜਿਹੜੇ ਫਾਰਮ ਨੇ ਉਹਨਾਂ ਦਾ ਵੀ ਇਹੀ ਰਿਜ਼ਲਟ ਹੈ? ਕੋਈ ਸ਼ਿਕਾਇਤ ਕਦੋਂ ਤੁਸੀਂ ਸੁਣੀ ਹੋਏ? ਨਹੀਂ ਕੋਈ ਸ਼ਿਕਾਇਤ ਨਹੀਂ ਸੁਣੀ। ਇਹ ਸਵਾਲ ਅਸੀਂ ਇਸ ਵਾਸਤੇ ਪੁੱਛਨੇ ਆ ਵੀ ਕਿ ਬਾਜ਼ ਲੋਕ ਕਹਿੰਦੇ ਨੇ ਸਾਈਲੇਜ ਨਾਲ ਜਾਨਵਰ ਹੀਟ ਵਿੱਚ ਆਈ ਜਾਂਦੇ ਨੇ, ਉਹਨਾਂ ਨੂੰ ਪਿਆਸ ਬਹੁਤੀ ਲੱਗਦੀ ਹੈ, ਥਣ ਦੇ ਮਸਾਇਲ ਬਣ ਜਾਂਦੇ ਨੇ, ਥਣ ਸੜ ਜਾਂਦੇ ਨੇ, ਸਾੜੂ ਜਿਹਨੂੰ ਕਹਿੰਦੇ ਅਸੀਂ ਪਾਈ ਜਾਂਦਾ। ਅਸੀਂ ਇਸ ਵਾਸਤੇ ਪੁੱਛਣਾ ਸਾਹਿਬ ਜੀ ਕੋਈ ਨਹੀਂ ਜੇ ਵੇਖਿਆ ਹਾਲੀ ਇਹੋ ਜਿਹਾ ਸਾਡੇ ਕੋਲ ਸਾਡੇ ਚੇਅਰਮੈਨ ਨੇ ਮੁਹੰਮਦ ਜ਼ਮਾਨ ਲੰਬੜਦਾਰ, ਉਹ ਤਕਰੀਬਨ 5-6 ਸਾਲ ਤੋਂ ਆਪਣਾ ਸਾਈਲੇਜ ਬਣਾ ਕੇ ਪਾ ਰਹੇ ਨੇ। ਇਸ ਟਾਈਮ ਜਾ ਕੇ ਵੇਖ ਲਓ ਮਾਲ ਖੁਸ਼ਹਾਲ ਹੈ, ਕਿਸੇ ਕਿਸਮ ਦੀ ਕੋਈ ਉਹਨਾਂ ਨੂੰ ਟੈਨਸ਼ਨ ਨਹੀਂ। ਅਗਰ ਸਾਈਲੇਜ ਪਾਇਆ ਜਾਏ ਔਰ ਨਾਲ ਤੁਸੀਂ ਕਿਹਾ ਕਿ ਸਬਜ਼ ਚਾਰਾ ਵੀ ਅਸੀਂ ਸ਼ਾਮਲ ਕਰਨੇ ਆ, ਜਾਨਵਰਾਂ ਨੂੰ ਫਿਰ ਚਰਾਉਣ ਦੀ ਜ਼ਰੂਰਤ ਨਹੀਂ? ਨਹੀਂ ਅਸੀਂ ਨਹੀਂ ਚਾਹੁੰਦੇ। ਡੇਰੇ ਤੇ ਬਣ ਕੇ ਹੀ ਸਾਰਾ? ਹਾਂਜੀ ਡੇਰੇ ਤੇ ਬਣ ਕੇ ਪਾਣੇ ਪੱਠੇ। ਠੀਕ ਹੋ ਗਿਆ। ਆਖਰ ਤੇ ਇਹ ਦੱਸਿਓ ਕਿ ਕਿੰਨੀ ਜਗ੍ਹਾ ਤੁਸੀਂ ਮਹਿਸੂਸ ਰੱਖੀ ਹੈ ਇਹਨਾਂ ਵਾਸਤੇ ਓਪਨ, ਔਰ ਕਿੰਨੀ ਰੱਖੀ ਹੈ ਜਿਹੜੀ ਕੱਚੀ ਹੈ ਔਰ ਜਿਹੜੀ ਕੱਜੀ ਹੈ ਯਾਨੀ ਕਿ ਛੱਤ ਜਿੱਤੇ ਪਾਇਆ? ਸਹੀ ਹੈ। ਇਹ ਤੁਹਾਡੇ ਸਾਹਮਣੇ ਹੀ ਹੈ ਸਾਹਿਬ ਜੀ। ਤਕਰੀਬਨ 2 ਕਨਾਲਾਂ 'ਚ ਹੈ ਸਾਡਾ ਇਹ ਦਾਰੋਮਦਾਰ ਜੀ। ਤੇ ਪਾਣੀ ਦਾ ਸਾਡਾ ਇਹਨਾਂ ਦਾ ਥੋੜਾ ਹੀ ਨਿਜ਼ਾਮ ਉਹ ਅਸੀਂ ਹੁਣ ਨਵਾਂ ਤਮੀਰ ਕਰ ਰਹੇ ਜੀ। ਅੱਛਾ। ਉਹ ਦੇਰੇ ਤਮੀਰ ਹੈ ਤੁਹਾਡੇ ਸਾਹਮਣੇ। ਠੀਕ ਹੋ ਗਿਆ। ਤੇ ਸਾਰਾ ਦਿਨ ਇਹਨਾਂ ਖੁੱਲੇ ਰਹਿਣਾ? ਹਾਂਜੀ ਇਹਨਾਂ ਖੁੱਲਿਆ। ਰਾਤ ਨੂੰ ਵੀ ਬਾਹਰ ਹੀ? ਹਾਂਜੀ ਰਾਤ ਨੂੰ ਵੀ ਬਾਹਰ। ਤੇ ਪੱਕੇ ਤੇ ਅੱਕ ਤੇ ਨਹੀਂ ਜਾਂਦੀਆਂ ਮੱਝਾਂ? ਨਹੀਂ ਕੋਈ ਨਹੀਂ ਆ ਕੇ। ਠੀਕ ਹੋ ਗਿਆ। ਬਹੁਤ ਸ਼ੁਕਰੀਆ ਜੀ ਭਾਈ ਅਕਰਮ, ਤੁਸੀਂ ਬੜੀ ਮੁਫੀਦ ਗੁਫ਼ਤਗੂ ਕੀਤੀ ਹੈ ਔਰ ਜਿਹੜੇ ਬੰਦੇ ਤੁਹਾਡੀ ਗੁਫ਼ਤਗੂ ਸੁਣ ਰਹੇ ਨੇ ਔਰ ਇਹ ਕਾਰੋਬਾਰ ਕਰਨਾ ਚਾਹੁੰਦੇ ਨੇ, ਤੁਸੀਂ ਕਿਹਾ ਕਿ ਇਹਦੇ 'ਚ ਅੱਲਾ ਦੇ ਫਜ਼ਲ ਕਰਮ ਨਾਲ ਨੁਕਸਾਨ ਨਹੀਂ ਹੈ, ਕੋਈ ਰੱਬ ਵਧੀ ਹੈ। ਤੇ 100% ਸਾਹਿਬ ਜੀ ਇਹਦੇ 'ਚ ਇਹ ਮਿਹਨਤ ਹੀ ਇੰਜ ਦੀ ਹੈ ਕਿ ਅੱਲਾਹ ਤਾਲਾ ਦੀ ਜ਼ਾਤ ਬਰਕਤ ਪਾ ਦਿੰਦੀ ਹੈ। ਅਗਰ ਵੇਖੋ ਨਾ ਜੀ ਅਸੀਂ ਇਹ ਰੱਖੇ ਨੇ, ਅਸੀਂ ਹੁਣ ਆਖੀਏ 10 ਸਿਰ ਦੁੱਧ ਚੋਨੇ 10 ਸਿਰ ਪਾਣੀ ਪਾ ਲਈਏ ਤਾਂ ਫਿਰ ਉਹ ਕੰਮ ਵੀ ਤਾਂ ਉਂਝ ਦਾ ਹੀ ਹੋਣਾ। ਅਸੀਂ ਇਸ ਟਾਈਮ ਦੁੱਧ ਦੇ ਰਹੇ ਹਾਂ ਬਿਲਕੁਲ ਠੀਕ, ਤੇ ਅੱਲਾ ਨੇ ਰੰਗ ਲਾਏ ਨੇ ਸਾਹਿਬ ਜੀ। ਕੀ ਬਾਤ। ਹਾਂਜੀ। ਇਹ ਮੇਰੇ ਕੋਲ ਕੋਈ ਮਹਿਮਾਨ ਆਏ ਨੇ। ਅੱਛਾ। ਇਹ ਵੀ ਇਸ ਬਾਰੇ ਕੋਈ ਤੁਹਾਨੂੰ ਦੱਸ ਸਕਦਾ ਅੱਜ ਤੋਂ 2 ਸਾਲ ਸਾਡੀ ਕੀ ਪੋਜੀਸ਼ਨ ਸੀ ਤੇ ਅੱਜ ਸਾਡੀ ਕੀ ਪੋਜੀਸ਼ਨ ਹੈ? ਕੀ ਬਾਤ ਹੈ ਜੀ। ਤੁਸੀਂ ਖਾਲਸਤਨ ਮਿਹਨਤ ਕੀਤੀ ਹੈ। ਹਾਂਜੀ। ਔਰ ਦੁੱਧ ਦੇ ਵਿੱਚ ਪਾਣੀ ਨਹੀਂ ਪਾਇਆ ਜੀ। ਅੱਲਾਹ ਤਾਲਾ ਨੇ ਉਹਦਾ ਕੀ ਸਿਲਾ ਦਿੱਤਾ? ਉਹਦਾ ਸਿਲਾ ਹੈ ਸਾਡੇ ਸਾਹਮਣੇ ਹੀ ਹੈ ਸਾਹਿਬ ਜੀ। ਮੈਂ ਕੀ ਆ ਸਕਣਾ ਹਾਂ, ਤੁਸੀਂ ਆਪ ਵੀ ਵੇਖ ਸਕਦੇ। ਠੀਕ ਹੈ। ਯਾਨੀ 4 ਤੋਂ 40 ਜਾਨਵਰ ਕੀਤੇ? 4 ਤੋਂ 40। ਉਹ ਘਰ-ਬਾਰ ਵੀ ਬਣਾਇਆ ਇਹਦੇ ਨਾਲ? ਜੀ ਆਪਣਾ ਘਰ ਆ ਸੋਨਾ। ਠੀਕ ਹੋ ਗਿਆ। ਜੀ। ਤੇ ਬੱਚੇ ਪੜ੍ਹਦੇ ਨੇ। ਜਿਹੜੇ ਬੰਦੇ ਕੋਲ ਸਰਮਾਇਆ ਘੱਟ ਹੈ, ਯਾਨੀ ਕਿ ਤਕਰੀਬਨ 5-6 ਲੱਖ ਹੈ ਜਾਂ ਮੈਕਸਿਮਮ 10 ਲੱਖ ਹੈ, ਜੀ, ਉਹਨੂੰ ਕੀ ਮਸ਼ਵਰਾ ਦੇਵੋਗੇ ਕਿ ਕਿੰਨੇ ਜਾਨਵਰ ਲੈ ਲੇ ਔਰ ਕਿਹੜੇ ਲੈ ਲੇ ਤਾਂ ਕਿ ਉਹਦਾ ਕਾਰੋਬਾਰ ਚੱਲ ਪਏ? ਮਸ਼ਵਰਾ ਆਹੀ ਤਾਂ ਉਹਨੂੰ ਸਾਹਿਬ ਜੀ ਇਹ ਸਟਾਰਟਿੰਗ ਤੋਂ ਦਿਆਂਗੇ ਕਿ ਉਹ ਤਕਰੀਬਨ ਲਿਆਰੀ ਨਾ ਹੀ ਪਾਵੇ, ਖੰਗੜੀਆਂ ਮੱਝਾਂ ਪਾ ਲਵੇ। 10 ਲੱਖ ਹੈ ਅਗਰ ਉਹਦੇ ਕੋਲ, ਉਹਦੀਆਂ 10 ਲੱਖ 'ਚ ਯਾਨੀ ਕਿ ਸਮਝ ਲਓ 5 ਤੋਂ 6 ਬਣਾ ਲੇਗਾ। ਉਹਨੂੰ 2-3 ਮਹੀਨੇ ਮਤਲਬ ਕਿ ਉਹ ਮਿਹਨਤ ਕਰਨੀ ਪਏਗੀ। ਉਹਦੇ ਨਾਲ ਹੀ ਫਿਰ ਉਹ ਵੀ ਉਹਦਾ ਸਿਲਸਿਲਾ ਵੱਧਦਾ ਜਾਏਗਾ, ਘਟੇਗਾ ਨਹੀਂ। ਅਗਰ ਜੋ ਤਾਜ਼ੀਆਂ ਪਾ ਲੈਂਦਾ, ਤਾਜ਼ੀਆਂ ਪਾ ਕੇ ਫਿਰ ਉਹਦੇ ਵਾਸਤੇ ਜ਼ਰਾ ਮਸਲਾ ਬਣ ਜਾਣਾ। ਉਹ ਏਕਰਾਂ ਦੇ 5-4 ਮਹੀਨੇ ਚੁੰਗ ਲੇਗਾ ਸੋਹਣੀਆਂ ਕਰਕੇ। ਉਸ ਤੋਂ ਬਾਅਦ ਫਿਰ ਉਹ ਸਮਝਦਾ ਕਿ ਹੁਣ ਮੈਨੂੰ ਕਸਾਰਾ ਹੈ ਤੇ ਉਹ ਉਸ ਤੋਂ ਵੀ ਨਹ ਜਾਂਦੇ ਨੇ। ਠੀਕ ਹੋ ਗਿਆ। ਯਾਨੀ ਕਿ ਉਹ ਖੰਗੜੀਆਂ ਪਾ ਲੇ, ਉਹਦੇ ਬਾਅਦ ਉਹਨਾਂ ਤੇ ਮਿਹਨਤ ਕਰ ਲੈ, ਜਦੋਂ ਸਜਰੀਆਂ ਹੋਣਗੀਆਂ ਤੇ ਫਿਰ ਉਹਨੂੰ ਆਪੀ ਸਮਝ ਆਈਏਗੀ ਕਿ ਕੀ ਬੱਚਾ ਤੇ ਕੀ ਨਹੀਂ। ਠੀਕ ਹੋ ਗਿਆ ਭਾਈ ਅਕਰਮ, ਬਹੁਤ ਸ਼ੁਕਰੀਆ, ਜਜ਼ਾਕੱਲਾ ਜੀ। ਅਸਲਾਮ ਵਾਲੇਕੁਮ।